बिस्मिल्लाहिर्रहमानिर्रहीम। अस्सलाम वालेकुम नाज़रीन, मलिक इजाज़ गाय टीवी की जानब से एक नई वीडियो के साथ हाज़िर है। आज मैं मौजूद हूँ एक कामयाब फार्मर के छोटे से फार्म पर, जो जानवरों की ख़रीद व फ़रोख्त, देखभाल और देसी तरीक़ा इलाज के हवाले से एक ख़ास पहचान रखते हैं। आज इनसे जानवरों की ख़रीद व फ़रोख्त, देखभाल और देसी तरीक़ा इलाज के हवाले से एक ख़ुसूसी इंटरव्यू करेंगे। इससे पहले कि वीडियो का बाकायदा आगाज़ करें, ऐसे दोस्त जो चैनल पर नए हैं, सब्सक्राइब के बटन पर क्लिक करके मेरे चैनल को सब्सक्राइब करें और घंटी के बटन को दबा दें ताकि मेरी अगली वीडियो का नोटिफिकेशन आपको मिल सके। वीडियो पसंद आए तो लाइक और शेयर ज़रूर करें। चलें जी, वीडियो का बाकायदा आगाज़ करते हैं। चाचा जी वालेकुम सलाम। चाचा जी की हाल है? ठीक ठाक जनाब। चाचा जी की नाम है तुहाडा? हशमत अली। चाचा जी कित्थे दे रहिशी हो? ਅਸੀਂ ਪਹਿਲੇ ਤੇ ਰਿਹਾਇਸ਼ੀ ਸੀ ਜ਼ਿਲ੍ਹਾ ਮੁਲਤਾਨ ਤੋਂ ਪਰੇ ਮੌਜ਼ਾ ਨਵਾਬਪੁਰ। अच्छा जी, ਉੱਥੋਂ ਫਿਰ ਸੰਨ 94 ਜਿੱਥੇ ਆਏ अच्छा। ये मौजूदा इलाके का नाम की तुहाडे दा? ਮੌਜ਼ਾ ਨਵਾਬਪੁਰ। नहीं, मौजूदा मौजूदा ਮੌਜੂਦਾ 36 ਐਮ। अच्छा। ਇਹ ਜਿਹੜਾ ਜਾਨਵਰ ਪਾਲਣ ਦਾ ਕਾਰੋਬਾਰ ਤੁਸੀਂ ਕਦੋਂ ਦਾ ਕਰ ਰਹੇ ਹੋ ਜਾਂ ਇਹ ਮਵੇਸ਼ੀ ਪਾਲਣ ਦਾ? ਇਹ ਤਕਰੀਬਨ ਜੀ ਮੈਂ 80 82 ਤੋਂ ਸ਼ੁਰੂ ਕੀਤਾ। ਅੱਛਾ, ਮਾਸ਼ਾਅੱਲਾ। ਤੇ ਇਹ ਤਕਰੀਬਨ ਜਿਹੜੀ ਹਵੇਲ ਤੁਸੀਂ ਬਣਾਈ ਹੈ ਕਿੰਨੀ ਕੁ ਜਗ੍ਹਾ ਤੇ ਤਕਰੀਬਨ? ਇਹ ਸਾਰਾ ਹੈਗਾ ਤਕਰੀਬਨ 2 ਕਨਾਲ। 2 ਕਨਾਲ। ਅੱਛਾ, ਇਹ ਜਾਨਵਰ ਵਗੈਰਾ ਤੁਸੀਂ ਕਿਹੜੇ ਕਿਹੜੇ ਰੱਖੇ ਨੇ? ਮੱਝਾਂ ਹਨ, ਗਾਵਾਂ ਹਨ, ਵਹਿੜੇ ਹੈਗੇ। ਅੱਛਾ। ਇਹਨਾਂ ਦਾ ਮੇਨ ਮਕਸਦ ਤੁਸੀਂ ਜਿਹੜਾ ਇਹ ਬਣਾਇਆ ਹੈ ਹਵੇਲ ਜਾਂ ਫਾਰਮ ਕਹਿ ਲਓ, ਜੀ, ਇਹ ਡੇਅਰੀ ਵਾਸਤੇ ਬਣਾਇਆ ਹੈ ਜਾਂ ਗੋਸ਼ਤ ਮਕਸਦ ਵਾਸਤੇ? ਇਹ ਗੋਸ਼ਤ ਵਾਲੇ ਵੀ ਹਨ ਤੇ ਡੇਅਰੀ ਵਾਸਤੇ ਵੀ ਹਨ। ਅੱਛਾ। ਇਹ ਜਿਹੜੀਆਂ ਤੁਸੀਂ ਮੱਝਾਂ ਰੱਖੀਆਂ ਨੇ ਕਿਹੜੀ ਨਸਲ ਦੀਆਂ ਨੇ? ਇਹ ਰਾਵੀ ਨੀਲੀ ਕਰਾਸ। ਅੱਛਾ, ਕਰਾਸ ਨੇ, ਯਾਨੀ ਕਿ ਨਾ ਰਾਵੀ ਨੇ ਨਾ ਨੀਲੀ ਨੇ। ਜੀ ਆ। ਵੈਸੇ ਉਹਨਾਂ ਦੋਨਾਂ ਚੋਂ ਕਿਹੜੀ ਕਿਸਮ ਅੱਛੀ ਹੁੰਦੀ ਹੈ? ਇਹ ਕਰਾਸ ਹੀ ਅੱਛੀ ਹੁੰਦੀ ਹੈ। ਅੱਛਾ, ਦੋਨਾਂ ਦੀ ਕਰਾਸ ਅੱਛੀ ਹੁੰਦੀ ਹਾਂਜੀ। ਹੈ। ਇਹ ਤੁਸੀਂ ਪਰਚੇਜ਼ ਵਗੈਰਾ ਕਿੱਥੋਂ ਕਰਦੇ ਹੋ, ਖਰੀਦਦੇ ਕਿੱਥੋਂ? ਇਹ ਖਰੀਦ ਅਸੀਂ ਗੱਗੋ ਮੰਡੀ ਚੋਂ, ਅੱਛਾ ਆਰਿਫ ਵਾਲੇ ਚੋਂ ਜੀ ਜੀ। ਤੇ ਇੱਥੋਂ ਇਲਾਕੇ ਚੋਂ ਲੈ ਲਈ। ਅੱਛਾ, ਤੇ ਇਹ ਜਿਹੜੀ ਮੁਲਤਾਨ ਦੀ ਜਾਂ ਬਾਵਲਪੁਰ ਦੀ ਮੰਡੀ ਇਸ ਚੋਂ ਵੀ ਮਿਲ ਜਾਂਦੀ ਹੈ? ਹਾਂ, ਇੱਥੇ ਮਕਸਦ ਇਹ ਗੋਸ਼ਤ ਵਾਲੇ ਜਾਨਵਰ ਮਿਲ ਜਾਂਦੇ ਨੇ। ਅੱਛਾ। ਤੇ ਇਸ ਤੋਂ ਇਲਾਵਾ ਇਹਨਾਂ ਦੀ ਖੁਰਾਕ ਦਾ ਕੀ ਬੰਦੋਬਸਤ ਕੀਤਾ ਤੁਸੀਂ? ਖੁਰਾਕ ਜੀ ਮੱਕੀ, ਜਵਾਰ, ਜੀ ਜੀ। ਗਰਮੀਆਂ ਦਾ ਜੋ ਇਹਨਾਂ ਦਾ ਚਾਰਾ ਹੈ ਉਹ ਅਸੀਂ ਇਸਤੇਮਾਲ ਕਰਨੇ ਆ। ਅੱਛਾ। ਤੇ ਇਹ ਗਰਮੀ ਵਗੈਰਾ ਵਾਸਤੇ ਇਹਨਾਂ ਲਈ ਕੋਈ ਪੱਖੇ ਸ਼ੱਖੇ ਦਾ ਬੰਦੋਬਸਤ ਜ਼ਰੂਰੀ ਨਹੀਂ ਜਾਂ ਦਰਖਤ ਵਗੈਰਾ ਦੇ? ਦਰਖਤ ਹੀ ਕੰਮ ਦੇ ਜਾਂਦੇ ਨੇ। ਅੱਛਾ। ਖੁਰਾਕ ਅੱਜ ਕੱਲ੍ਹ ਇਹਨਾਂ ਨੂੰ ਗਰਮੀਆਂ 'ਚ ਕਿਹੜੀ ਕਿਹੜੀ ਖੁਰਾਕ ਦੇ ਰਹੇ ਹੋ? ਅਸੀਂ ਖੁਰਾਕ ਇਹਨਾਂ ਦੀ ਕੌੜੀ ਖਲ ਅੱਛਾ ਜੀ। ਤੇ ਬਿਨੋਲੇ ਦੀ ਜੀ ਜੀ। ਤੇ ਚੌਕਰ। ਅੱਛਾ, ਕੋਈ ਉਹ ਵੰਡਾ ਛੰਡਾ ਵੀ ਖੁਦ ਬਣਾਉਂਦੇ ਹੋ ਜਾਂ ਸਾਈਜ਼ ਵਗੈਰਾ? ਨਾ ਸੈਲਾ ਨਾ ਵੰਡਾ ਇਸਤੇਮਾਲ ਨਹੀਂ। ਉਹਦੇ ਖੀਰ ਦੇ ਚੋਂ ਨਾ ਹਮਕ ਆਉਂਦੀ ਹੈ, ਇਸ ਵਾਸਤੇ ਉਹ ਖੀਰ ਜਿਹੜਾ ਨਾ, ਦੁੱਧ ਜਿਹੜਾ ਨਾ, ਹਾਂਜੀ, ਉਹ ਨਹੀਂ ਮਕਸਦ ਹੈ ਉਹਨਾਂ ਸਮੈਲ ਦੀ ਵਜ੍ਹਾ ਤੋਂ ਸੇਲ ਨਹੀਂ ਹੁੰਦੀ। ਅੱਛਾ, ਸੇਲ ਨਹੀਂ ਹੁੰਦੀ। ਇੱਥੇ ਦੁੱਧ ਕਿੰਨੇ ਰੁਪਏ ਕਿਲੋ ਫਰੋਖਤ ਕਰ ਰਹੇ ਹੋ? ਇੱਥੇ ਦੁੱਧ 50 ਰੁਪਏ। ਅੱਛਾ। ਤੇ ਮਾਸ਼ਾਅੱਲਾ ਤੁਹਾਡੇ ਜਾਨਵਰ ਗਾਵਾਂ ਵੀ ਨੇ ਤੇ ਨਾਲ ਮੱਝਾਂ ਵੀ ਨੇ, ਮਿਲਾ ਕੇ ਟੋਟਲ ਕਿੰਨਾ ਸੇਲ ਕਰ ਰਹੇ ਹੋ? ਉਹ ਕਦੇ 20 ਕਿਲੋ ਹੋ ਜਾਂਦਾ, ਕਦੇ ਮਣ ਹੋ ਜਾਂਦਾ, ਕਦੇ 10 ਕਿਲੋ। ਤੇ ਫਿਰ ਜਾਨਵਰ ਆਏ ਗਏ, ਕਾਰੋਬਾਰ ਜੋ ਹੋਇਆ। ਅੱਛਾ, ਇਹ ਖਰੀਦੋ ਫਰੋਖਤ ਵੀ ਕਰ ਰਹੇ ਹੋ? ਹਾਂਜੀ। ਅੱਛਾ। ਤੇ ਉਹ ਇਹ ਖਰੀਦੋ ਫਰੋਖਤ ਦਾ ਕਾਰੋਬਾਰ ਕਿੰਨੇ ਕਰਸੇ ਦਾ ਕਰ ਰਹੇ ਹੋ? ਸ਼ੁਰੂ ਤੋਂ ਕਰਦੇ ਹਾਂ। ਅੱਛਾ, ਸ਼ੁਰੂ ਤੋਂ ਹੀ ਜੀ। ਤੇ ਇਹਨਾਂ ਜਾਨਵਰਾਂ ਵਗੈਰਾ ਨੂੰ ਕੋਈ ਬਿਮਾਰੀਆਂ ਵਗੈਰਾ ਵੀ ਲੱਗਦੀਆਂ ਨੇ? ਹਾਂ, ਲੱਗਦੀਆਂ ਨੇ। ਮੂੰਹ ਖੋਰ ਹੁੰਦਾ ਹੈ। ਅੱਛਾ। ਮਿਲਕ ਫੋਰ ਯਾਨੀ ਕਿ ਲਹੂ ਮੂਤਰਾ, ਜੀ ਜੀ। ਉਹ ਹੁੰਦਾ ਹੈ। ਆਕੜਵਾ ਹੁੰਦੀ ਆ। ਜੀ ਜੀ। ਪਿੱਛੇ ਦੀ ਸ਼ਿਕਾਇਤ ਹੁੰਦੀ ਆ। ਅੱਛਾ, ਇਹ ਜਿਹੜੀ ਤੁਸੀਂ ਪਹਿਲੇ 2 ਬਿਮਾਰੀਆਂ ਦੱਸੀਆਂ ਜਿਨ੍ਹਾਂ ਦੇ ਵਿੱਚ ਮੇਰੇ ਖਿਆਲ 'ਚ ਇੱਕ ਤੇ ਮੂੰਹ ਖੁਰ ਦਾ ਕਹਿ ਰਹੇ ਹੋ, ਹਾਂਜੀ, ਇਹਦਾ ਕੋਈ ਦੇਸੀ ਇਲਾਜ ਹੈ ਜਾਂ ਡਾਕਟਰੀ ਹੈ ਕੋਈ? ਡਾਕਟਰੀ ਇਲਾਜ ਹੀ ਕਰਦੇ ਨੇ ਤੇ ਦੇਸੀ ਟੋਣੇ ਟਬੱਟੇ ਵੀ ਕੀਤੀ ਰੱਖਦੇ ਹੈਗੇ। ਜਨਾਬ ਇਲਾਕੇ 'ਚ ਮਸ਼ਹੂਰ ਨੇ ਇਸ ਹਵਾਲੇ ਨਾਲ, ਦੇਸੀ ਟੁਟਕਿਆਂ ਦੇ ਹਵਾਲੇ ਨਾਲ। ਤੁਸੀਂ ਇਹਦਾ ਕੋਈ ਦੱਸ ਸਕਦੇ ਹੋ ਮੂੰਹ ਖੁਰ ਦਾ ਜਾਂ ਕਲਗੋਟੂ ਦਾ ਕੋਈ ਦੇਸੀ? ਮੂੰਹ ਖੁਰ ਦਾ ਇਹ ਹੈ ਜੀ, ਇੱਕ ਤਾਂ ਜਾਨਵਰ ਦਾ ਜਿਹੜੀ ਬਿਮਾਰੀ ਦਾ ਅਟੈਕ ਹੁੰਦਾ ਨਾ, ਜਾਨਵਰ ਨੂੰ ਸਾਫ਼ ਜਗ੍ਹਾ ਚਾਹੀਦੀ ਆ। ਬਿਲਕੁਲ ਜੀ। ਸੁੱਕਾ ਚਾਹੀਦਾ ਉਹਨਾਂ ਨੂੰ, ਥੱਲੇ ਉਹਨਾਂ ਦੇ ਸੌਂਬ ਖੁਰ ਸਾਫ਼ ਹੋਣੇ ਚਾਹੀਦੇ। ਜੀ ਜੀ। ਚੂਨਾ ਸ਼ੂਨਾ ਪਾਇਆ ਹੋਣਾ, ਰੇਤਾ ਸ਼ੇਤਾ ਪਾਇਆ ਹੋਵੇ। ਜੀ ਜੀ, ਬਿਲਕੁਲ। ਤੇ ਅਸੀਂ ਫਿਰ ਡਾਕਟਰ ਨੂੰ ਸਾਧ ਕੇ ਇੰਜੈਕਸ਼ਨ ਵੀ ਲਵਾ ਲੈਂਦੇ। ਅੱਛਾ। ਤੇ ਇਹ ਜਿਹੜੇ ਮਸਲੇ ਇੱਕ ਹੋਰ ਮਸਲਾ ਵੀ ਹੈ ਜਿਹੜਾ ਉਹ ਥਣ ਖਰਾਬ ਹੋ ਜਾਂਦੇ ਨੇ? ਹਾਂ, ਉਹ ਅੰਗਾਰੀ ਪੈ ਜਾਂਦੀ ਆ, ਸਾੜੂ ਪੈ ਜਾਂਦਾ। ਇਹਨਾਂ ਦੇ ਕੋਈ ਤੁਸੀਂ ਦੇਸੀ ਇਲਾਜ ਕਰਦੇ ਹੋ ਜਿਹੜੀਆਂ 2-4 ਬਿਮਾਰੀਆਂ ਦੱਸੀਆਂ ਨੇ? ਕੋਈ ਇੱਕ ਅੱਧੀ ਦਾ ਇਲਾਜ ਦੱਸੋ ਨਾ। ਸਾੜੂ ਜਿਹੜਾ ਉਹਦੇ 'ਚ ਅਸੀਂ ਲਸਣ, ਮੱਖਣ ਤੇ ਮੈਗ ਸਲਫ। ਅੱਛਾ, ਮੈਗ ਸਲਫ। ਅੱਛਾ, ਇਹ ਇਹ ਇਸਤੇਮਾਲ ਕਰਨੇ ਆ। ਅੱਛਾ।
ਤੇ ਜੇ ਵਰਮ ਹੋ ਥਣ ਤੇ ਫਿਰ ਲਾਲ ਮਿਰਚ ਇਸਤੇਮਾਲ ਕਰਦੀ। ਅੱਛਾ, ਤੇ ਗਲ ਘੋਟੂ ਵਾਸਤੇ ਵੀ ਕੋਈ ਦੇਸੀ ਇਲਾਜ ਹੈ? ਨਾ, ਗਲ ਘੋਟੂ ਵਾਸਤੇ ਅਸੀਂ ਨਹੀਂ ਕਦੇ ਉਹ ਨਹੀਂ। ਜਿਹੜਾ ਚੋੜੇ ਮਾਰ ਹੁੰਦੀ ਉਹ ਕਿਹੜੀ ਬਿਮਾਰੀ ਹੁੰਦੀ ਹੈ? ਉਹ ਇਹ ਹੁੰਦੀ ਹੈ ਜਾਨਵਰ ਨੂੰ ਪਹਿਲੇ ਟੈਂਪਰੇਚਰ ਹੁੰਦਾ ਬੁਖਾਰ, ਅੱਛਾ ਜੀ। ਉਸ ਤੋਂ ਬਾਅਦ ਉਹ ਸੋਜ਼ਿਸ਼ ਜਿਸਮ ਦੇ ਉੱਤੇ ਆ ਜਾਂਦੀ ਹੈ, ਹਾਂਜੀ ਹਾਂਜੀ ਚੌੜੇ ਤੇ ਜੀ ਜੀ। ਬਾਅਦ ਕਮਰ ਵਾਲੀ ਸਾਈਡ ਤੇ ਬਾਅਦ ਜਿਹੜਾ ਨਾ ਇਹ ਜਿੱਥੇ ਥਣੀਆਂ ਹੁੰਦੀਆਂ ਅੰਦਰ ਵਾਲੀ ਸਾਈਡ ਤੇ, ਲੱਤ ਦੇ ਅੰਦਰ ਵਾਲੀ ਸਾਈਡ ਤੇ ਜੀ ਜੀ ਬਿਲਕੁਲ, ਤੇ ਅਗਲੀ ਸਾਈਡ ਤੇ ਵੀ ਆ ਜਾਂਦਾ ਹੈ। ਠੀਕ। ਤੇ ਉਹਦੇ ਵਾਸਤੇ ਜੇ ਫੌਰੀ ਪਤਾ ਚੱਲਦਾ ਹੈ ਤਾਂ ਫਿਰ ਵੈਟਰਨਰੀ ਡਾਕਟਰ ਨੂੰ ਸੱਦ ਕੇ ਇੰਜੈਕਸ਼ਨ ਵੈਕਸੀਨ ਕਰਾ ਲਈਦੀ ਹੈ। ਸਹੀ, ਇਹ ਗੱਲ ਹੈ। ਅੱਛਾ, ਇਹ ਜਿਹੜੇ ਜਾਨਵਰ ਵਗੈਰਾ ਨੇ ਇਹਨਾਂ ਦੇ ਸਿਮਨਸ ਵਗੈਰਾ ਰੱਖਦੇ ਹੋ ਗਾਵਾਂ 'ਚ ਜਾਂ ਨਾ। ਮੱਝਾਂ 'ਚ ਜਾਂ ਸਾਂਢ ਰੱਖਿਆ ਜੀ? ਸਾਂਢ ਸਾਂਢ ਆਪਣਾ ਰੱਖਿਆ ਜੀ? ਨਹੀਂ, ਪਹਿਲੇ ਤਾਂ ਆਪਣਾ ਸੀ, ਤਾਂ ਹੁਣ ਜਿਹੜਾ ਨਾ ਕਿਸੇ ਤੋਂ ਕੋਈ ਅੱਛੀ ਨਸਲ ਦਾ ਲੱਭਦੇ ਫਿਰਦੇ ਆ, ਜੋ ਕੋਈ ਲੱਭ ਗਿਆ ਤਾਂ ਫਿਰ। ਅੱਛਾ, ਤੇ ਇਹ ਜਿਹੜਾ ਆਪਣਾ ਸਿਮਨਸ ਵਗੈਰਾ ਰੱਖਦੇ ਹੋ ਉਹਦੇ ਬਾਰੇ ਤੁਹਾਡਾ ਕੀ ਖਿਆਲ ਹੈ? ਸਿਮਨ 'ਚ ਇਹ ਗੱਲ ਹੈ ਜਿਹੜੀ ਕਰਾਸ ਹੈ ਨਾ ਗਾਂ, ਹਾਂਜੀ ਸਹੀਵਾਲ ਆਸਟ੍ਰੇਲੀਆ, ਜਰਸੀ ਸਹੀਵਾਲ, ਹਾਂਜੀ, ਇਹ ਇਸ ਇਲਾਕੇ ਦੇ ਵਿੱਚ ਕਾਮਯਾਬ ਆ। ਕਾਮਯਾਬ ਹੈ। ਹਾਂ, ਜਿਹੜੀ ਆਸਟ੍ਰੇਲੀਆ ਇੰਪੋਰਟੈਂਟ ਹੈ ਬਾਹਰ ਦੇ ਮੁਲਕ ਦੀ ਪੇਵਰ, ਉਹ ਇੱਥੇ ਗਰਮੀ ਬਰਦਾਸ਼ਤ ਨਹੀਂ ਕਰਦੀ। ਯਾਨੀ ਕਿ ਅਗਰ ਉਹ ਸਿਮਨ ਤੁਸੀਂ ਰਖਵਾਉਂਦੇ ਹੋ ਤਾਂ ਇਹਦੇ 'ਚ ਕਿੰਨੇ % ਚਾਂਸ ਹੁੰਦੇ ਨੇ ਉਹਦੇ ਹਮਲਾ ਹੋਣ ਦੇ? ਗਾਂ 70% ਗਾਂ ਦੇ ਤੇ 30% ਮੱਝ ਦੇ। ਮੱਝ ਦੇ ਜੀ। ਇਹ ਕੀ, ਇਹਦੀ ਕੀ ਵਜ੍ਹਾ ਹੈ? ਗਰਮੀ ਦੀ ਵਜ੍ਹਾ ਤੋਂ ਜਾਂ? ਗਰਮੀ ਦੀ ਮੱਝ ਜਿਹੜੀ ਹੈ ਕੁਦਰਤੀ ਹਿਸਾਬ ਹੈ, ਇਹਨਾਂ 'ਚ ਹੀਟ ਕਮ ਜ਼ਿਆਦੀ ਹੁੰਦੀ ਰਹਿੰਦੀ ਹੈ। ਅੱਛਾ। ਗਾਂ ਜਿਹੜੀ ਹੈ ਇਹਦਾ ਪਤਾ ਹੁੰਦਾ ਬਈ, ਇੱਕ ਡਾਕਟਰ ਆਇਆ ਚੈੱਕ ਕੀਤੀ, ਉਹਨੇ ਆਖਿਆ ਜੀ ਅਜੇ ਹੀਟ ਜ਼ਿਆਦਾ ਹੈ। ਉਹ ਆ ਕੇ ਉਹਨਾਂ ਨੇ ਬੀਜ ਰੱਖ ਲਿਆ, 2 ਦਿਨ ਟਾਈਮ ਦੇ ਦਿੱਤਾ ਜੀ, 48 ਘੰਟੇ 24 ਘੰਟੇ ਜਿਵੇਂ ਹਿਸਾਬ ਹੋਇਆ ਉਸ ਹਿਸਾਬ ਨਾਲ ਉਹਨਾਂ ਨੇ ਬੀਜ ਰੱਖਿਆ। ਅੱਛਾ ਚਾਚਾ ਜੀ, ਇੱਕ ਉਹ ਜਿਹੜਾ ਪਿੱਛੇ ਵਾਲਾ ਮਸਲਾ ਹੈ, ਹਾਂਜੀ, ਉਹ ਅਮੂਮਨ ਅੱਜ ਕੱਲ੍ਹ ਬਹੁਤ ਜ਼ਿਆਦਾ ਹੋ ਗਿਆ, ਉਹਦੀ ਕੀ ਵਜ੍ਹਾ, ਕੀ ਜਾਨਵਰਾਂ ਨੂੰ ਕੀ ਮਸਲਾ ਹੁੰਦਾ? ਉਹ ਜੀ ਇੱਕ ਤਾਂ ਜਾਨਵਰ ਨੂੰ ਕੈਲਸ਼ੀਅਮ ਦੀ ਕਮੀ ਜੀ, ਫਾਸਫੋਰਸ ਦੀ ਕਮੀ, ਜੀ ਜੀ, ਦੂਸਰਾ ਕਬਜ਼ ਹੋਵੇ ਤਾਂ ਵੀ ਪਿੱਛਾ ਮਾਰਦਾ ਹੈ, ਜੀ ਜੀ, ਤੀਸਰੀ ਗੱਲ ਇਹ ਹੈ ਜਗ੍ਹਾ ਦਾ ਪ੍ਰੋਬਲਮ, ਜੀ ਜੀ, ਖੁਰਲੀਆਂ ਉੱਚੀਆਂ ਤੇ ਪਿੱਛਾ ਜਿਹੜਾ ਉਹਦਾ ਨਿਵਾਣ ਇਹ 'ਚ ਹੁੰਦਾ। ਤਾਂ ਜੀ ਰਿਪੀਟ ਕਰਨਾ ਹੈ ਮਸਲਾ ਜ਼ਰਾ ਜੀ। ਇਹ ਪਿੱਛੇ ਵਾਲਾ ਮਸਲਾ ਜ਼ਰਾ ਕਿ ਅੱਛਾ ਜਗ੍ਹਾ ਉੱਚੀ ਨੀਵੀਂ ਹੁੰਦੀ ਹੈ? ਜਗ੍ਹਾ ਬੈਲੈਂਸ ਹੋਵੇ ਬਰਾਬਰ। ਜੀ ਜੀ। ਤੇ ਉਹ ਜਾਨਵਰ ਇੱਕ ਹੁੰਦਾ ਨਾ, ਜੱਟ ਜ਼ਿਮੀਂਦਾਰ ਆਦਮੀ ਰਜਾ ਕੇ ਜਾਨਵਰ ਪਸ਼ੂ ਬਿਲਕੁਲ ਟਾਈਟ ਹੋ ਗਿਆ, ਪਿਛਲੀ ਜਗ੍ਹਾ ਨੀਵੀਂ ਹੋਈ, ਜੀ, ਉਹ ਬੈਠਾ ਉਹਨੇ ਜੁਗਾਲੀ ਕੀਤੀ ਤੇ ਉਸ ਮਸਲੇ ਨਾਲ ਜਾਨਵਰ ਗੱਭਣ, ਉਸ ਮਸਲੇ ਨਾਲ ਵੀ ਸ਼ਿਕਾਇਤ ਹੋ ਜਾਂਦੀ ਹੈ। ਯਾਨੀ ਕਿ ਜੀ ਜੀ। ਤੇ ਜਗ੍ਹਾ ਬੈਲੈਂਸ ਬਰਾਬਰ ਹੋਵੇ ਤਾਂ ਉਹ ਵੀ ਫਿਰ ਵੀ ਬਚਾਤਾ। ਠੀਕ। ਤੀਸਰਾ ਨੰਬਰ ਹੈ, ਦੂਸਰਾ ਨੰਬਰ ਇਹ ਹੈ ਮੱਝ ਨੂੰ ਅਮਾਸ ਫਾਸਫੋਰਸ ਦੀ ਕਮੀ, ਕੈਲਸ਼ੀਅਮ ਦੀ ਕਮੀ ਇਹ ਨਹੀਂ ਦੇਣੀ ਚਾਹੀਦੀ। ਅੱਛਾ, ਇਹ ਕੈਲਸ਼ੀਅਮ ਦੀ ਕਮੀ ਕਿਸ ਤਰ੍ਹਾਂ ਪੂਰੀ ਕੀਤੀ ਜਾ ਸਕਦੀ ਹੈ? ਕਿਹੜੀ ਕੋਈ ਮੈਡੀਸਨ ਹੈ ਜਾਂ ਕੋਈ ਦੇਸੀ ਤਰੀਕੇ ਨਾਲ ਵੀ ਹੈ? ਦੇਖੋ ਜੀ, ਪਹਿਲਾ ਨੰਬਰ ਤੇ ਹੈ ਜਿਸ ਪੱਠਿਆਂ ਦੇ ਵਿੱਚ ਜੀ ਜੀ ਕਲਰ ਆਲ ਪੈਂਦਾ, ਉਹਦੇ 'ਚ ਫਾਸਫੋਰਸ ਦੀ ਕਮੀ ਦੂਰ ਹੋ ਜਾਂਦੀ, ਕੁਦਰਤੀ ਤੌਰ ਤੇ ਉਹਦੇ 'ਚ ਮੌਜੂਦ ਹੁੰਦਾ ਹੈ। ਅੱਛਾ। ਤੇ ਦੂਸਰਾ ਹੈਗੇ ਮੈਡੀਕਲ ਸਟੋਰਾਂ ਦੇ, ਜੀ ਜੀ, ਮੈਡੀਸਨ ਵਗੈਰਾ ਹਾਂ ਮੈਡੀਸਨ ਮਿਨਰਲ ਹੈਗੇ, ਉਹ ਬੰਦਾ ਇਸਤੇਮਾਲ ਕਰਾ ਸਕਦਾ। ਮਿਨਰਲ ਇਸਤੇਮਾਲ ਹਾਂ ਕਰ ਜੀ। ਸਕਦਾ। ਅੱਛਾ ਅੱਛਾ, ਇਹ ਜਿਹੜਾ ਅਗਰ ਕੋਈ ਇੱਕ ਬੱਚੀ ਦਫਾ ਜਾਨਵਰ ਪਿੱਛਾ ਦੇਣ ਕੱਢਣਾ ਸ਼ੁਰੂ ਕਰ ਦਿੰਦਾ, ਉਹਦਾ ਕੋਈ ਹੱਲ ਹੈ ਮੁਸਤਕਿਲ ਜੀ, ਦੁਬਾਰਾ ਨਾ ਆਵੇ ਜਾਂ ਸਿਰਫ ਉਹ ਫਿਰ ਹੁਣ ਨਹੀਂ? ਇਹ ਸਾਰਾ ਹੱਲ ਹੈਗਾ। ਤੇ ਇੱਕ ਜਾਨਵਰ ਹੁੰਦਾ ਵਿਰਾਸਤੀ। ਜੀ ਜੀ। ਉਹਦੀ ਮਾਂ ਨਾਨੀ ਕੱਢਿਆ, ਉਹਦੀ ਮਾਂ ਕੱਢਿਆ, ਫਿਰ ਉਹਦੇ ਅੱਗੇ ਉਹ ਹਿਸਾਬ ਚੱਲਦਾ ਹੀ ਰਹਿੰਦਾ ਜੀ। 8 ਦਿਨ ਰੁਕ ਗਿਆ, ਮੈਡੀਸਨ ਲਾ ਲਿਆ, ਫਿਰ ਉਹ ਸ਼ੁਰੂ ਹੋ ਗਿਆ ਜੀ। ਤੇ ਜਿਹੜਾ ਮਕਸਦ ਹੈ ਗਰਮੀ ਤੋਂ, ਕਾਬਜ਼ ਤੋਂ, ਬਾਦੀ ਤੋਂ, ਜੀ ਜੀ, ਇਹਦਾ ਇਲਾਜ ਹੈ। ਅੱਛਾ। ਹਾਂਜੀ। ਤੇ ਇਹ ਕੋਈ ਜਿਹੜਾ ਨਾ ਉਹ ਛਿੱਕੀ ਬੰਨ ਦਿੰਦੇ ਨੇ, ਹਾਂਜੀ, ਉਹ ਵੀ ਹੱਲ ਹੈ? ਉਹ ਤਾਂ ਆਰਜੀ ਹੱਲ ਹੈ? ਆਰਜ਼ੀ ਹੱਲ ਹੈ। ਉਹਦੇ 'ਚ ਇਹ ਹੈ ਜਿਸ ਟਾਈਮ ਜਾਨਵਰ ਜ਼ੋਰ ਲਾਉਂਦਾ ਤਾਂ ਅੰਦਰ ਦੀ ਆਂਤੜੀ ਉਹਦੀ ਸੋਜ਼ਿਸ਼ ਪੈਦਾ ਕਰ ਜਾਂਦੀ। ਜੀ ਜੀ ਬਿਲਕੁਲ। ਜਿਹੜੇ ਸੋਜ਼ਿਸ਼ ਪੈਦਾ ਕਰਦੀ ਉਸ ਟਾਈਮ ਜਾਨਵਰ ਗੋਇਆ ਪਿਸ਼ਾਬ ਕਰੇ ਤਾਂ ਫਿਰ ਜ਼ੋਰ ਲਾਉਂਦਾ। ਇਹਦਾ ਕੋਈ ਦੇਸੀ ਹੱਲ ਜਿਹੜਾ ਕੋਈ ਟੋਟਕਾ ਤੁਸੀਂ ਵੈਸੇ ਇਸਤੇਮਾਲ ਕਰਦੇ ਹੋਵੇ ਕਿ ਜਾਨਵਰ ਸੌਣ ਤੇ ਆਂਦਾ ਤੇ ਉਹਦੇ ਤੋਂ ਪਹਿਲੇ ਉਹਨੂੰ ਕੋਈ ਟੋਟਕਾ ਦਿੰਦੇ ਹੋਵੋ ਦੇਸੀ ਇਲਾਜ, ਹਾਂਜੀ, ਉਹ ਦੱਸ ਦਿਓ ਜ਼ਰਾ। ਉਹ ਮੇਰੇ ਜ਼ਿਹਨ ਯਾਦ ਨਹੀਂ, ਲਿਖੇ ਹੋਏ ਨੇ ਮੇਰੇ ਕੋਲ ਕਾਪੀ ਤੇ। ਅੱਛਾ। ਤੇ ਉਹ ਫਿਰ ਮੈਂ ਕਾਪੀ ਤੇ ਲਿਖ ਰੱਖਣਾ, ਯਾਦਾਸ਼ਤ ਥੋੜੀ ਜਿਹੀ ਕਮਜ਼ੋਰ ਹੈ ਇਸ ਵਾਸਤੇ। ਹਾਂਜੀ। ਅੱਛਾ, ਤੁਹਾਡੇ ਕੋਲ ਕੋਈ ਜਾਨਵਰ ਬਰਾਏ ਫਰੋਖਤ ਹੋਵੇ ਹਾਂ
ਉਹਦੇ ਵਾਸਤੇ ਅਗਰ ਕੋਈ ਤੁਹਾਡਾ ਨੰਬਰ ਆਪਣਾ ਤੁਸੀਂ ਦੱਸਣਾ ਚਾਹੋ ਦੱਸ ਸਕਦੇ ਹੋ ਤਾਂ ਕਿ ਲੋਕ ਤੁਹਾਡੇ ਨਾਲ ਰਾਬਤਾ ਕਰ ਸਕਣ ਜਾਨਵਰ ਲੈਣ ਵਾਸਤੇ। ਹਾਂਜੀ, ਮੇਰਾ ਨੰਬਰ ਹੈ 0302 ਹਾਂਜੀ 77 63 156। ਅੱਛਾ, ਯਾਨੀ ਕਿ ਉਹ ਜਾਨਵਰ ਅਗਰ ਤੁਹਾਡੇ ਨਾਲ ਕੋਈ ਖਰੀਦਣਾ ਚਾਹੁੰਦਾ ਜਾਂ ਕੋਈ ਮਸ਼ਵਰਾ ਕਰਨਾ ਚਾਹੁੰਦਾ ਤਾਂ ਤੁਸੀਂ ਉਹਨੂੰ ਮਸ਼ਵਰਾ ਦੇ ਸਕਦੇ ਹੋ। ਹਾਂ, ਦੇ ਸਕਦੇ। ਅੱਛਾ, ਤੁਹਾਡੀ ਚਾਚਾ ਜੀ ਖਰੀਦੋ ਫਰੋਖਤ ਦੀ ਰੇਂਜ ਜਿਹੜਾ ਨਾ ਇਲਾਕਾ ਵਾਈਜ਼ ਕਿੱਥੋਂ ਤੱਕ ਮਸਲਨ ਜਾਂਦੇ ਹੋ ਤੁਸੀਂ? ਦੇਖੋ ਜੀ, ਜਦੋਂ ਅਸੀਂ ਖਰੀਦ ਫਰੋਖਤ ਦਾ ਕੰਮ ਸ਼ੁਰੂ ਕੀਤਾ ਉਸ ਟਾਈਮ ਮੱਝ ਤਕਰੀਬਨ 12,000 ਦੀ ਫੀ ਮੱਝ ਆਉਂਦੀ ਸੀ। ਜੀ ਜੀ 12-14। ਹੁਣ ਮੱਝ ਪਹੁੰਚੀ ਹੋਈ ਹੈ 2 ਲੱਖ, 2.5 ਲੱਖ, 3 ਲੱਖ, ਜੀ ਜੀ 4 ਲੱਖ। ਜੀ ਜੀ ਬਿਲਕੁਲ। ਤੇ ਹੁਣ ਜਿਸ ਹਿਸਾਬ ਦੀ ਮੱਝ ਹੋਣੀ ਹੈ ਅਸੀਂ ਉਸ ਹਿਸਾਬ ਨਾਲ ਚੱਲਣਾ ਹੁੰਦਾ ਹੈ। ਉਹ ਤੁਹਾਡੀ ਮੈਨੂੰ ਗੱਲ ਸਮਝ, ਮੈਂ ਪੁੱਛ ਰਿਹਾ ਵੀ ਤੁਸੀਂ ਏਰੀਆ ਵਾਈਜ਼ ਕਿੱਥੋਂ ਤੱਕ ਜਾਂਦੇ ਹੋ ਖਰੀਦਣ ਵਾਸਤੇ? ਵੀ ਲੰਬਾ ਚਲੇ ਜਾਂਦੇ ਹੋ ਮੁਲਤਾਨ, ਅੱਗੇ ਡੀਜੀ ਖਾਂ, ਮੀਆਂ ਚੰਨੂ, ਚੀਚਾ ਵਾਲੀ ਇਲਾਕਾ ਸਰ ਮਸਲਾ ਹੈ ਇਲਾਕਾ ਮੱਝ ਦਾ ਹਾਸਲਪੁਰ, ਜੀ ਜੀ ਆਰਿਫ ਵਾਲਾ, ਜੀ ਜੀ ਗੱਗੋ, ਜੀ ਜੀ ਚੀਚਾ ਵਤਨੀ ਹੋ ਗਿਆ। ਜੀ ਜੀ ਚੀਚਾ ਵਤਨੀ ਵੀ ਚੱਕ ਦੇ ਵਿੱਚੋਂ ਮੱਝਾਂ ਲੈਣੀਆਂ ਚਾਹੀਦੀਆਂ ਠੀਕ ਹੈ ਪਿੰਡਾਂ 'ਚੋਂ, ਜੀ ਜੀ ਕਿਉਂਕਿ ਮੁਲਤਾਨ, ਖਾਨੇਵਾਲ, ਇਹ ਡੀਜੀ ਖਾਂ ਇਹ ਸਭ ਮਿਕਸ ਹੋਇਆ ਹੁੰਦਾ ਹੈ। ਠੀਕ ਹੈ। ਹੁਣ ਨਾ ਰਹਿ ਗਿਆ ਚੀਚਾ ਵਤਨੀ ਦਾ, ਅੱਛਾ ਮਾਲ ਸਾਰਾ ਮਿਕਸ ਹੋ ਗਿਆ। ਅੱਗੇ ਚੀਚਾ ਵਤਨੀ, ਆਰਿਫ ਵਾਲ ਦੀ ਮੱਝ ਬਹੁਤ ਦੁੱਧ ਵਾਲੀ ਜੀ ਜੀ ਔਰ ਖੂਬਸੂਰਤੀ 'ਚ ਕੰਮ ਕਰਾਸ ਨੇ ਜਿਹੜੀਆਂ ਨੀਲੀ ਰਾਵੀ ਦੀ। ਹਾਂ ਜੀ, ਅੱਛਾ ਜਿਹੜੀ ਚੀਚਾ ਵਤਨੀ ਦੀ ਬਹੁਤ ਖੂਬਸੂਰਤ ਮੱਝ ਦੁੱਧ ਦੇ ਘੱਟ ਹੈ, ਠੀਕ ਹੈ, ਖੂਬਸੂਰਤ ਜ਼ਿਆਦਾ। ਖੂਬਸੂਰਤ ਜ਼ਿਆਦਾ ਹੈ। ਜਿਹੜਾ ਰਾਵੀ ਨੀਲੀ ਕਰਾਸ ਆ ਜੀ ਜੀ ਉਹ ਦੁੱਧ 'ਚ ਵੀ ਠੀਕ ਹੈ ਤੇ ਹੁਸਨ 'ਚ ਵੀ ਠੀਕ ਹੈ। ਠੀਕ ਹੈ। ਅੱਛਾ ਚਾਚਾ ਜੀ, ਇਹ ਜਿਹੜੀ ਤੁਸੀਂ ਗਾਵਾਂ ਵੀ ਰੱਖੀਆਂ ਨੇ, ਹਾਂਜੀ, ਇਹ ਤੁਸੀਂ ਇਹ ਦੱਸੋ ਕਿ ਗਾਵਾਂ ਰੱਖਣੀਆਂ ਚਾਹੀਦੀਆਂ ਨੇ ਜਾਂ ਮੱਝਾਂ ਠੀਕ ਨੇ? ਦੇਖੋ ਜੀ, ਅਗੇ ਤੁਸੀਂ ਦੁੱਧ ਦਾ ਕੰਮ ਕਰਨਾ ਹੈ ਜੀ ਜੀ ਤੇ ਦੁੱਧ ਦੀ ਸ਼ਹਿਰ 'ਚ ਗਾਵਾ ਦੁੱਧ ਚੱਲਦਾ ਨਹੀਂ ਚੱਲਦਾ। ਇਹ ਮੱਝ ਤੇ ਦੁੱਧ, ਮੱਝ ਦਾ ਦੁੱਧ ਤੇ ਗਾਂ ਦਾ ਦੁੱਧ ਮਿਕਸ ਕਰਕੇ ਦਿਓਗੇ ਤੇ ਕੰਮ ਸਹੀ ਚੱਲੇਗਾ। ਠੀਕ ਹੈ। ਅਗਰ ਵੈਸੇ ਕੋਈ ਕੱਲਾ ਵੀ ਬਣਾਉਣਾ ਚਾਹਵੇ, ਮੱਝਾਂ ਦਾ ਫਾਰਮ ਬਣਾਵੇ ਗਾਵਾਂ ਦੀ ਬਣੇ? ਹਾਂ, ਮੱਝਾਂ ਦਾ ਦੁੱਧ ਜਿਹੜਾ ਹੈ ਉਹ ਭਾਣਿਆਂ ਦੇ ਵਿੱਚ ਸ਼ਹਿਰ 'ਚ ਜਾਂ ਦੁੱਧ ਹੀ ਚੁੱਕ ਕੇ ਲਾਇਆ ਜਾਂਦਾ ਹੈ ਜਾਂ ਫੈਂਟ ਤੇ ਤੁਸੀਂ ਦਿੰਦੇ ਹੋ ਚਿੱਲੜ ਤੇ, ਜੀ ਜੀ ਉਹਦਾ ਰੇਟ ਸਹੀ ਬਣਦਾ ਹੈ। ਠੀਕ ਹੈ। ਗਾਂ ਦਾ ਦੁੱਧ LR ਫੈਟ ਘੱਟ ਆਉਂਦੀ ਹੈ। ਮੈਨੂੰ ਇੱਕ ਫਾਰਮਰ ਨੇ ਦੱਸਿਆ ਸੀ ਕਿ ਜੀ ਗਾਂ ਦਾ ਦੁੱਧ ਮੱਝ ਦੀ ਬਨਿਸਬਤ ਜ਼ਿਆਦਾ ਦਿੰਦੀ ਹੈ। ਗਾਂ ਦੁੱਧ ਜ਼ਿਆਦਾ ਦਿੰਦੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ, ਮਗਰ ਉਹ ਦੁੱਧ ਵਿੱਚ LR ਤੇ ਫੈਟ ਨਹੀਂ ਆਉਂਦੀ ਉਹਦੀ। ਅੱਛਾ, ਅਗਰ ਮਿਕਸ ਹੋਵੇ ਜੀ ਜੀ ਤੇ ਫਿਰ ਕੰਮ ਚੱਲ ਜਾਂਦਾ। ਅੱਛਾ ਚਾਚਾ ਜੀ, ਇੱਕ ਵਾਰੀ ਨੰਬਰ ਸਿਰਫ ਆਪਣਾ ਦੁਬਾਰਾ ਰਿਪੀਟ ਕਰ ਦੇਣਾ ਅਗਰ ਤੁਹਾਡਾ ਕੋਈ ਮਸ਼ਵਰਾ ਕਰਨਾ ਚਾਹੇ, ਕੋਈ ਦੇਸੀ ਇਲਾਜ ਕਰਵਾਉਣਾ ਚਾਹੇ। 0302 ਜੀ ਜੀ 77 63 156। ਚਲੋ ਮਿਹਰਬਾਨੀ ਚਾਚਾ ਜੀ। ਚਾਚਾ ਹਸ਼ਮਤ ਜੀ ਬਹੁਤ ਬਹੁਤ ਸ਼ੁਕਰੀਆ। ਅੱਛਾ ਭਾਈ ਦੋਸਤੋ, ਮੇਰੀ ਅਗਰ ਤੁਹਾਨੂੰ ਵੀਡੀਓ ਪਸੰਦ ਆਏ ਤਾਂ ਇਹਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ। ਬਹੁਤ ਬਹੁਤ ਸ਼ੁਕਰੀਆ। ਅੱਲਾ ਹਾਫਿਜ਼।